ਵੈਲਕਮ ਟੂ ਐਕਸਲੇਟਰ ਕਲਾਸਿਸ। ਅੱਜ ਅਸੀਂ ਇਸ ਕਲਾਸ ਦੇ ਵਿੱਚ ਮੈਗਨੈਟਿਕ ਇਫੈਕਟ ਆਫ ਕਰੰਟ ਦਾ ਨੈਕਸਟ ਟੌਪਿਕ ਦੇਖਾਂਗੇ, ਜਿਹਦਾ ਨਾਮ ਹੈ ਬਾਇਓਟ-ਸੈਵਰਟਸ ਲਾ। ਬਾਇਓਟ-ਸੈਵਰਟਸ ਲਾ ਪੜ੍ਹਨ ਤੋਂ ਪਹਿਲਾਂ ਅਸੀਂ ਪੜ੍ਹ ਚੁੱਕੇ ਹਾਂ ਕਿ ਜਦੋਂ ਇੱਕ ਚਾਰਜ ਨੂੰ ਮੈਗਨੈਟਿਕ ਫੀਲਡ ਦੇ ਵਿੱਚ ਰੱਖਦੇ ਹਾਂ, ਐਕਸਟਰਨਲ ਮੈਗਨੈਟਿਕ ਫੀਲਡ ਦੇ ਵਿੱਚ ਰੱਖਦੇ ਹਾਂ, ਤੇ ਉਹਦੇ ਉੱਪਰ ਫੋਰਸ ਲੱਗਦੀ ਆ ਤੇ ਉਹ ਸਰਕੂਲਰ ਪਾਥ ਲੈ ਕੇ ਘੁੰਮਣਾ ਸ਼ੁਰੂ ਕਰ ਦਿੰਦਾ ਵਾ। ਤੇ ਹੁਣ ਅਸੀਂ ਇਸ ਆਰਟੀਕਲ ਦੇ ਵਿੱਚ ਦੇਖਾਂਗੇ ਕਿ ਜਦੋਂ ਇੱਕ ਕਰੰਟ ਕੈਰਿੰਗ ਵਾਇਰ ਦੇ ਵਿੱਚ ਕਰੰਟ ਫਲੋ ਕਰਦਾ ਵਾ, ਜਾਂ ਅਸੀਂ ਕਹੀਏ ਕਿ ਕਿਸੇ ਤਾਰ ਦੇ ਵਿੱਚ ਜਦੋਂ ਕਰੰਟ ਫਲੋ ਕਰਦਾ ਵਾ ਤੇ ਉਹ ਆਪਣੇ ਆਲੇ ਦੁਆਲੇ 'ਚ ਕੀ ਆ, ਇੱਕ ਮੈਗਨੈਟਿਕ ਫੀਲਡ ਕ੍ਰੀਏਟ ਕਰਦੀ ਆ। ਤੇ ਅਸੀਂ ਉਹ ਮੈਗਨੈਟਿਕ ਫੀਲਡ ਦੀਆਂ ਇਕੁਏਸ਼ਨਸ ਪਤਾ ਕਰਨ ਦੀ ਕੋਸ਼ਿਸ਼ ਕਰਾਂਗੇ। ਜਿਵੇਂ ਅਸੀਂ ਇਲੈਕਟ੍ਰੋਸਟੈਟਿਕ ਦੇ ਵਿੱਚ ਕੂਲਮ ਲਾ ਪੜ੍ਹਿਆ ਵਾ, ਉਸੇ ਤਰੀਕੇ ਨਾਲ ਉਨੀ ਹੀ ਇੰਪੋਰਟੈਂਸ ਦੇ ਨਾਲ ਕੀ ਆ, ਸਾਡੇ ਕੋਲੋਂ ਮੈਗਨੈਟਿਕ ਫੀਲਡ ਦੇ ਵਿੱਚ ਬਾਇਓਟ-ਸੈਵਰਟਸ ਲਾ ਵਾ। ਸੋ ਅਸੀਂ ਸ਼ੁਰੂ ਕਰਦੇ ਹਾਂ ਬਾਇਓਟ-ਸੈਵਰਟਸ ਲਾ। ਮੰਨ ਲਓ ਸਾਡੇ ਕੋਲੋਂ ਕੀ ਆ, ਇੱਕ ਕਰੰਟ ਐਲੀਮੈਂਟ ਆ ਇਸ ਤਰੀਕੇ ਦਾ। ਇਹਦੇ ਵਿੱਚ ਕੀ ਆ, ਕਰੰਟ ਐਲੀਮੈਂਟ ਕਹਿ ਦਈਏ ਜਾਂ ਇੱਕ ਕੰਡਕਟਰ ਵਾ, ਇੱਕ ਕੰਡਕਟਰ ਵਾ ਜਿਹਦੇ ਵਿੱਚੋਂ ਆਈ ਕਰੰਟ ਫਲੋ ਕਰ ਰਿਹਾ ਵਾ। ਤੇ ਅਸੀਂ ਇਸ ਪੁਆਇੰਟ P ਦੇ ਉੱਪਰ ਕੀ ਕਰਨਾ ਵਾ, ਮੈਗਨੈਟਿਕ ਫੀਲਡ ਦੀ ਸਟਰੈਂਥ ਨੂੰ ਪਤਾ ਕਰਨਾ ਵਾ। ਜੇਕਰ ਅਸੀਂ ਇਹਨੂੰ ਸੋਲਵ ਕਰਨਾ ਵਾ ਨਾ, ਤੇ ਅਸੀਂ ਸਭ ਤੋਂ ਪਹਿਲਾਂ ਕੀ ਕਰਾਂਗੇ, ਅਸੀਂ ਕੂਲਮ ਦੇ ਵਿੱਚ ਕੀ ਕੀਤਾ ਸੀ, ਕੂਲਮ ਦੇ ਵਿੱਚ ਅਸੀਂ ਪੁਆਇੰਟ ਚਾਰਜ ਮੰਨੇ ਸੀ, ਮਤਲਬ ਛੋਟੇ ਚਾਰਜ ਮੰਨੇ ਸੀ। ਤੇ ਅਸੀਂ ਇਹਦੇ ਵਿੱਚ ਕੀ ਕਰਦੇ ਹਾਂ, ਇੱਕ ਛੋਟੀ ਲੈਂਥ ਲੈਂਦੇ ਹਾਂ, ਤੇ ਇਸ ਛੋਟੀ ਲੈਂਥ ਦੀ ਜਿਹੜੀ ਆ, ਆਪਾਂ ਜਿੰਨਾ ਇਹਦੇ 'ਚੋਂ ਕਰੰਟ ਫਲੋ ਕਰ ਰਿਹਾ ਵਾ ਉਹ ਕਿੰਨਾ ਵਾ, ਆਈ ਕਰੰਟ, ਤੇ ਇਹਦੀ ਲੈਂਥ ਕਿੰਨੀ ਆ, DL। ਹੁਣ ਇਹ ਜਿਹੜੀ ਛੋਟੀ ਜੀ ਲੈਂਥ ਵਾ ਇਸ ਕੰਡਕਟਰ ਦੇ ਉੱਤੇ, ਤੇ ਜਦੋਂ ਇਹਦੇ ਵਿੱਚੋਂ ਕਰੰਟ ਫਲੋ ਕਰ ਰਿਹਾ ਵਾ, ਤੇ ਆਪਾਂ ਇਹਨੂੰ ਕੀ ਬੋਲਾਂਗੇ, ਆਪਾਂ ਇਹਨੂੰ ਬੋਲਾਂਗੇ ਕਰੰਟ ਐਲੀਮੈਂਟ ਆ। ਕਰੰਟ ਐਲੀਮੈਂਟ ਪੁਆਇੰਟ ਚਾਰਜ ਵਾਂਗੂ ਹੀ ਆ। ਜਿਵੇਂ ਪੁਆਇੰਟ ਚਾਰਜ ਇਲੈਕਟ੍ਰਿਕ ਫੀਲਡ ਬਣਾਉਂਦਾ ਸੀ, ਉਸੇ ਤਰੀਕੇ ਨਾਲ ਇਹ ਜਿਹੜਾ ਕਰੰਟ ਐਲੀਮੈਂਟ ਵਾ ਇਹ ਕੀ ਆ, ਮੈਗਨੈਟਿਕ ਫੀਲਡ ਬਣਾਏਗਾ। ਜਾਂ ਮੈਂ ਇਦਾਂ ਕਹਾਂ ਕਿ ਜਦੋਂ ਅਸੀਂ ਇਲੈਕਟ੍ਰਿਕ ਫੀਲਡ ਦੇ ਵਿੱਚ ਜਾਂ ਇਲੈਕਟ੍ਰੋਸਟੈਟਿਕ ਦੇ ਵਿੱਚ ਇਕੁਏਸ਼ਨਸ ਬਣਾਈਆਂ ਸੀ, ਤੇ ਅਸੀਂ ਪੁਆਇੰਟ ਚਾਰਜ ਤੋਂ ਬਣਾਈਆਂ ਸੀ, ਤੇ ਉਸੇ ਤਰੀਕੇ ਨਾਲ ਜਿਵੇਂ ਇਲੈਕਟ੍ਰਿਕ ਫੀਲਡ ਦੇ ਵਿੱਚ ਪੁਆਇੰਟ ਚਾਰਜ ਸੀ, ਅਸੀਂ ਮੈਗਨੈਟਿਕ ਫੀਲਡ ਦੇ ਵਿੱਚ ਕਰੰਟ ਐਲੀਮੈਂਟ ਮੰਨਦੇ ਹਾਂ। ਤੇ ਆਪਾਂ ਕੀ ਕਰਦੇ ਹਾਂ, ਇਸ ਛੋਟੇ ਜਿਹੇ ਲੈਂਥ ਕਰਕੇ ਜਾਂ ਛੋਟੀ ਜੀ ਆਪਾਂ ਕੀ ਕਰਦੇ ਹਾਂ, ਇਸ ਛੋਟੀ ਜੀ ਲੈਂਥ ਕਰਕੇ ਇਸ ਜਗ੍ਹਾ ਤੇ ਮੈਗਨੈਟਿਕ ਫੀਲਡ ਪਤਾ ਕਰਾਂਗੇ। ਤੇ ਜਦੋਂ ਅਸੀਂ ਇਸ ਛੋਟੀ ਜੀ ਲੈਂਥ ਕਰਕੇ ਮੈਗਨੈਟਿਕ ਫੀਲਡ ਪਤਾ ਕਰ ਲਵਾਂਗੇ, ਫਿਰ ਅਸੀਂ ਕੀ ਕਰਾਂਗੇ, ਅਸੀਂ ਮੈਥੇਮੈਟਿਕਲੀ ਇੰਟੀਗ੍ਰੇਟ ਕਰਕੇ ਪੂਰੀ ਲੈਂਥ ਦੁਆਰਾ ਇਸ ਜਗ੍ਹਾ ਤੇ ਬਣਾਏ ਗਏ ਮੈਗਨੈਟਿਕ ਫੀਲਡ ਦੀ ਇਕੁਏਸ਼ਨ ਵੀ ਬਣਾ ਸਕਦੇ ਹਾਂ। ਸੋ ਪਹਿਲਾਂ ਅਸੀਂ ਸ਼ੁਰੂ ਕਰਦੇ ਹਾਂ ਇਸ ਛੋਟੇ ਜਿਹੇ ਕਰੰਟ ਐਲੀਮੈਂਟ ਤੋਂ। ਕਰੰਟ ਐਲੀਮੈਂਟ ਕੀ ਆ, ਕਰੰਟ ਐਲੀਮੈਂਟ ਮੈਂ ਕਹਿ ਰਿਹਾ ਵਾਂ ਕਿ ਇਹ ਕੀ ਆ, ਇੱਕ ਡਿਫਰੈਂਸ਼ੀਅਲ ਲੈਂਥ ਆ ਜਿਹਦੇ ਵਿੱਚੋਂ ਕਰੰਟ ਫਲੋ ਕਰ ਰਿਹਾ ਵਾ। ਤੇ ਇਹ ਜਿਹੜੀ ਛੋਟੀ ਜੀ ਲੈਂਥ ਵਾ ਜਿਹਦੇ ਵਿੱਚੋਂ ਕਰੰਟ ਫਲੋ ਕਰ ਰਿਹਾ ਵਾ, ਇਹਨੂੰ ਮੈਂ ਕੀ ਕਹਿ ਰਿਹਾ ਵਾਂ, ਕਰੰਟ ਐਲੀਮੈਂਟ। ਸੋ ਇਹ ਸਾਡਾ ਕਰੰਟ ਐਲੀਮੈਂਟ ਆ। ਆਪਾਂ ਕੀ ਕਰਦੇ ਹਾਂ ਕਿ ਇਸ ਤੋਂ ਇੱਕ ਲਾਈਨ ਮਾਰ ਲੈਂਦੇ ਆ, ਜਿਹੜੀ ਜਿਸ ਜਗ੍ਹਾ ਤੇ ਆ ਸਾਡਾ ਪੁਆਇੰਟ ਆਫ ਆਬਜ਼ਰਵੇਸ਼ਨ ਆ, ਅਸੀਂ ਉਹਨੂੰ ਕੀ ਲੈ ਲੈਂਦੇ ਆ, R ਲੈ ਲੈਂਦੇ ਆ। ਹੁਣ ਦੇਖੋ ਇਹ ਜਿਹੜਾ ਛੋਟਾ ਜਿਹਾ ਜਿਹੜਾ DL ਕਰੰਟ ਐਲੀਮੈਂਟ ਆ, ਇਹ ਜਿਹੜਾ ਮੈਗਨੈਟਿਕ ਫੀਲਡ ਬਣਾਏਗਾ ਉਹ ਕੀ ਬਣਾਏਗਾ, ਡਿਫਰੈਂਸ਼ੀਅਲ ਬਣਾਏਗਾ। ਇਹ ਛੋਟਾ ਜਿਹਾ ਮੈਗਨੈਟਿਕ ਫੀਲਡ ਬਣਾਇਆ ਇਸ ਛੋਟੀ ਜੀ ਲੈਂਥ ਨੇ। ਤੇ ਸਾਨੂੰ ਪਤਾ ਵਾ ਕਿ ਇਹ ਜਿਹੜਾ ਮੈਗਨੈਟਿਕ ਫੀਲਡ ਆ ਇਹ ਕਿਹਦੇ ਪ੍ਰਪੋਰਸ਼ਨਲ ਹੋਏਗਾ, ਕਰੰਟ ਦੇ ਪ੍ਰਪੋਰਸ਼ਨਲ ਹੋਏਗਾ। ਜਿੰਨਾ ਇਹਦੇ ਵਿੱਚੋਂ ਕਰੰਟ ਫਲੋ ਕਰ ਰਿਹਾ ਵਾ ਉਹਦੇ ਤੇ ਮੈਗਨੈਟਿਕ ਫੀਲਡ ਦੀ ਸਟਰੈਂਥ ਡਿਪੈਂਡ ਕਰੇਗੀ। ਜੇਕਰ ਇਸ ਤਾਰ ਦੇ ਵਿੱਚੋਂ ਜ਼ਿਆਦਾ ਕਰੰਟ ਫਲੋ ਕਰੇਗਾ ਤੇ ਇਹਦਾ ਮਤਲਬ ਇਸ ਕਰੰਟ ਐਲੀਮੈਂਟ ਦੇ ਵਿੱਚੋਂ ਵੀ ਜ਼ਿਆਦਾ ਕਰੰਟ ਫਲੋ ਕਰੇਗਾ, ਤੇ ਜਿੰਨਾ ਜ਼ਿਆਦਾ ਕਰੰਟ ਫਲੋ ਕਰੇਗਾ ਓਨਾ ਹੀ ਜ਼ਿਆਦਾ P ਦੇ ਉੱਪਰ ਕੀ ਆ, ਮੈਗਨੈਟਿਕ ਫੀਲਡ ਬਣੇਗਾ। ਅਸੀਂ ਇਸ ਕਰਕੇ ਕਹਿਤਾ ਕਿ ਜਿਹੜਾ ਮੈਗਨੈਟਿਕ ਫੀਲਡ ਵਾ ਉਹ ਕਰੰਟ ਤੇ ਡਿਪੈਂਡ ਕਰਦਾ ਵਾ। ਤੇ ਦੂਸਰਾ ਅਸੀਂ ਦੇਖਦੇ ਹਾਂ ਕਿ ਮੈਗਨੈਟਿਕ ਫੀਲਡ ਜਿਹੜਾ ਵਾ ਇਸ ਜਿਹੜੀ ਲੈਂਥ ਅਸੀਂ ਮੰਨੀ ਹੋਈ ਆ ਇਹਦੀ ਲੈਂਥ ਤੇ ਵੀ ਡਿਪੈਂਡ ਕਰਦਾ ਵਾ। ਜੇਕਰ ਇਹ ਲੈਂਥ ਵੱਡੀ ਹੋਊਗੀ ਨਾ, ਤੇ ਇਸ ਜਗ੍ਹਾ ਤੇ ਮੈਗਨੈਟਿਕ ਫੀਲਡ ਜ਼ਿਆਦਾ ਬਣੇਗਾ। ਸੋ ਸਾਡੇ ਕੋਲੋਂ ਰਿਲੇਸ਼ਨ ਆਏਗਾ ਕਿ ਮੈਗਨੈਟਿਕ ਫੀਲਡ ਜਿਹੜਾ ਵਾ ਉਹ ਡਾਇਰੈਕਟਲੀ ਪ੍ਰਪੋਰਸ਼ਨਲ ਆ ਇਸ ਲੈਂਥ ਦੇ। ਤੇ ਤੀਸਰਾ ਸਾਡੇ ਕੋਲੋਂ ਬਣਿਆ ਬਣਾਇਆ ਨਿਯਮ ਆ, ਜਿਹੜਾ ਅਸੀਂ ਕੂਲਮ ਲਾ ਤੇ ਗ੍ਰੈਵਿਟੇਸ਼ਨਲ ਲਾ ਦੇ ਵਿੱਚ ਵੀ ਪੜ੍ਹਿਆ ਵਾ, R² ਦਾ, ਕਿ ਜਿੰਨਾ ਜ਼ਿਆਦਾ ਇਹ ਦੂਰ ਹੋਏਗਾ ਓਨਾ ਜ਼ਿਆਦਾ ਮੈਗਨੈਟਿਕ ਫੀਲਡ ਕੀ ਆ, ਘਟਦਾ ਜਾਏਗਾ। ਹੁਣ ਦੇਖੋ ਕੂਲਮ ਲਾ ਦੇ ਵਿੱਚ ਵੀ ਆਪਾਂ ਇਹੋ ਜਿਹਾ ਹੀ ਪੜ੍ਹਿਆ ਵਾ, ਪਰ ਕੂਲਮ ਲਾ ਦੇ ਨਾਲੋਂ ਸਾਡੇ ਇੱਥੇ ਕੀ ਆ, ਇੱਕ ਡਿਫਰੈਂਸ ਆ। ਤੇ ਉਹ ਡਿਫਰੈਂਸ ਕੀ ਆ, ਉਹ ਡਿਫਰੈਂਸ ਆ ਕਿ ਇਸ ਜਗ੍ਹਾ ਦੇ ਉੱਪਰ ਇੱਕ ਚੀਜ਼ ਹੋਰ ਆ। ਆਪਾਂ ਉਹ ਚੀਜ਼ ਨੂੰ ਐਕਸਪਲੇਨ ਕਰਦੇ ਹਾਂ। ਹੁਣ ਦੇਖੋ ਸਾਡੇ ਕੋਲੋਂ ਇਹ 1 ਨੰਬਰ ਆ, ਇਹ 2 ਨੰਬਰ ਆ, ਤੇ ਇਹ 3 ਨੰਬਰ ਆ। ਹੁਣ देखो 3 नंबर इक्वेशन कहती आ कि मैगनैटिक फील्ड जिहड़ा वा आर ते डिपेंड करता वा ते आपां इहनूं की करदे आ आपां इत्थे समझदे आ
ਮੰਨ ਲਓ ਇੱਕ ਪੁਆਇੰਟ ਇੱਥੇ ਆ A ਤੇ ਇੱਕ ਪੁਆਇੰਟ ਇੱਥੇ ਆ B ਤੇ ਇਸ B ਪੁਆਇੰਟ ਦੀ ਜਿਹੜੀ ਦੂਰੀ ਆ ਉਹ ਕਿੰਨੀ ਆ, ਉਹ R ਜਿੰਨੀ ਆ। ਮਤਲਬ ਇਹ ਵੀ R ਡਿਸਟੈਂਸ ਆ, ਇਹ ਵੀ R ਡਿਸਟੈਂਸ ਆ ਤੇ ਇਹ ਵੀ R ਡਿਸਟੈਂਸ ਆ। ਹੁਣ ਜਦੋਂ ਅਸੀਂ ਕਵਾਂਗੇ ਨਾ ਕਿ ਮੈਗਨੈਟਿਕ ਫੀਲਡ R ਤੇ ਡਿਪੈਂਡ ਕਰਦਾ ਵਾ ਤੇ ਆਪਾਂ ਕੀ ਕਵਾਂਗੇ, ਕਿਹੜਾ R ਵਾ, ਇਹ ਵਾਲਾ R, ਇਹ ਵਾਲਾ R ਕਿ ਇਹ ਵਾਲਾ R। ਮੇਰੇ ਕਹਿਣ ਦਾ ਮਤਲਬ ਆ ਕਿ ਇਸ ਕਰੰਟ ਐਲੀਮੈਂਟ ਤੋਂ ਦੂਰ ਜਿਹੜੇ R ਵਾਲੇ ਪੁਆਇੰਟ ਆ ਨਾ ਉਹ ਬਹੁਤ ਜ਼ਿਆਦਾ ਬਣ ਸਕਦੇ ਆ। ਇੱਥੇ ਵੀ ਬਣ ਸਕਦਾ ਵਾ, ਇੱਥੇ ਵੀ ਬਣ ਸਕਦਾ ਵਾ, ਇੱਥੇ ਵੀ ਬਣ ਸਕਦਾ ਵਾ। ਪਰ ਆਪਾਂ ਕੀ ਕਰ ਰਹੇ ਆ, ਆਪਾਂ ਇੱਕ ਪਰਟੀਕੂਲਰ ਜਗ੍ਹਾ ਦੇ ਉੱਪਰ ਮੈਗਨੈਟਿਕ ਫੀਲਡ ਕੱਢ ਰਹੇ ਆ। ਤੇ ਜੇ ਆਪਾਂ ਪਰਟੀਕੂਲਰ ਜਗ੍ਹਾ ਦੇ ਉੱਪਰ ਮੈਗਨੈਟਿਕ ਫੀਲਡ ਕੱਢ ਰਹੇ ਆ ਨਾ ਤੇ ਫਿਰ ਸਾਨੂੰ ਇਹ ਪਤਾ ਹੋਣਾ ਚਾਹੀਦਾ ਵਾ ਕਿ R ਦੂਰੀ ਦੇ ਉੱਪਰ ਜਿਹੜਾ ਅਸੀਂ ਆਬਜ਼ਰਵੇਸ਼ਨ ਪੁਆਇੰਟ ਲਿਆ ਵਾ ਉਹਦਾ ਐਡਰੈਸ ਕੀ ਆ, ਉਹ ਕਿਹੜਾ ਵਾ, ਉਹ ਇਹ ਵਾਲਾ ਵਾ, ਇਹ ਵਾਲਾ ਵਾ ਕਿ ਇਹ ਵਾਲਾ ਵਾ। ਕਿਉਂਕਿ ਜੇ ਅਸੀਂ ਇਹਨਾਂ ਤਿੰਨਾਂ ਇਕੁਏਸ਼ਨਸ ਦੀ ਮੰਨੀਏ ਤੇ ਇਹਨਾਂ ਤਿੰਨਾਂ ਇਕੁਏਸ਼ਨਸ ਤੋਂ ਸਾਡੇ ਕੋਲੋਂ ਜਿਹੜਾ ਨਿਯਮ ਬਣਦਾ ਵਾ ਉਹ ਇਹ ਬਣਦਾ ਵਾ I/dl/r²। ਤੇ ਇਹ ਵਾਲੀ R ਦੂਰੀ ਜਿਹੜੀ ਆ ਇਹ ਕਿਤੇ ਵੀ ਹੋ ਸਕਦੀ ਆ, ਇੱਥੇ ਵੀ ਹੋ ਸਕਦੀ ਆ, ਇੱਥੇ ਵੀ ਹੋ ਸਕਦੀ ਆ। ਪਰ ਫਰਕ ਕੀ ਆ, ਫਰਕ ਇਹ ਆ ਕਿ ਜੇਕਰ ਤੁਸੀਂ ਇਹ ਵਾਲੀ ਦੂਰੀ ਲਈ ਆ ਤੇ ਇਸ ਜਗ੍ਹਾ ਤੇ ਇਸ ਕਰੰਟ ਐਲੀਮੈਂਟ ਦਾ ਮੈਗਨੈਟਿਕ ਫੀਲਡ ਘੱਟ ਹੋਣਾ ਤੇ ਸਾਹਮਣੇ ਵਾਲੀ ਜਗ੍ਹਾ ਤੇ ਮੈਗਨੈਟਿਕ ਫੀਲਡ ਜ਼ਿਆਦਾ ਹੋਣਾ ਤੇ ਇੱਥੇ ਵੀ ਕੀ ਆ, ਘੱਟ ਹੋਣਾ ਵਾ। ਹੁਣ ਦੇਖੋ ਇਹ ਕਿਹੋ ਜਿਹਾ ਕਰੈਕਟਰ ਵਾ, ਜਦੋਂ ਇਸ ਕਰੰਟ ਐਲੀਮੈਂਟ ਦਾ ਤੇ ਇਸ ਜਿਹੜਾ ਲਾਈਨ ਆ ਸਾਡੀ ਡਿਸਟੈਂਸ ਆ ਇਹਦੇ ਵਿੱਚ ਜਿਹੜਾ ਐਂਗਲ ਆ ਉਹ 90 ਡਿਗਰੀ ਬਣਦਾ ਵਾ ਨਾ, ਉਦੋਂ ਅਸੀਂ ਕੀ ਦੇਖਦੇ ਆ, ਉਦੋਂ ਮੈਗਨੈਟਿਕ ਫੀਲਡ ਕੀ ਆ, ਜ਼ਿਆਦਾ ਵਾ। ਤੇ ਜਦੋਂ ਜਿਹੜਾ ਇਹ ਐਂਗਲ ਜ਼ਿਆਦਾ ਬਣਦਾ ਵਾ ਨਾ ਉਦੋਂ ਮੈਗਨੈਟਿਕ ਫੀਲਡ ਕੀ ਆ, ਇੱਥੇ ਕੀ ਆ, ਦੇਖੋ ਐਂਗਲ ਜ਼ਿਆਦਾ ਬਣਿਆ, A ਦੇ ਨਾਲ ਐਂਗਲ ਕੀ ਆ, ਜ਼ਿਆਦਾ ਬਣਿਆ ਵਾ। ਤੇ ਜਦੋਂ ਐਂਗਲ ਜ਼ਿਆਦਾ ਬਣਦਾ ਵਾ ਉਦੋਂ ਮੈਗਨੈਟਿਕ ਫੀਲਡ ਘੱਟ ਹੁੰਦਾ ਵਾ। ਤੇ ਜਦੋਂ ਥੀਟਾ ਜਿਹੜਾ 90 ਦੇ ਨਾਲੋਂ ਐਂਗਲ ਹੋਰ ਜ਼ਿਆਦਾ ਘੱਟ ਜੇ, ਆਪਾਂ ਕਹੀਏ ਕਿ ਇਹ ਐਂਗਲ ਬਣਿਆ ਕਰੰਟ ਐਲੀਮੈਂਟ ਦੇ ਨਾਲ, ਇਹ ਕੀ ਆ, ਇਹ 90 ਤੋਂ ਹੋਰ ਘਟ ਗਿਆ ਤੇ ਅਸੀਂ ਤਾਂ ਵੀ ਅਬਜ਼ਰਵ ਕਰਦੇ ਆ ਕਿ ਮੈਗਨੈਟਿਕ ਫੀਲਡ ਘੱਟ ਹੁੰਦਾ ਵਾ। ਮੇਰੇ ਕਹਿਣ ਦਾ ਮਤਲਬ ਇਹ ਆ ਕਿ ਜਦੋਂ ਇਸ ਆਈਡੀਅਲ, ਮੈਂ ਇੱਥੇ ਵੱਖਰੀ ਡਾਇਗਰਾਮ ਬਣਾਉਣਾ, ਮੰਨ ਲਓ ਇਹ ਕੀ ਆ, DL ਆ ਤੇ ਸਾਡਾ ਆਬਜ਼ਰਵੇਸ਼ਨ ਪੁਆਇੰਟ ਕਿੱਥੇ ਸੀ, ਇੱਥੇ ਸੀ। ਅਸੀਂ ਕਹਿੰਦੇ ਆ ਕਿ ਜਦੋਂ ਇਹਦੇ ਵਿੱਚ ਐਂਗਲ 90 ਬਣਦਾ ਵਾ ਨਾ ਉਦੋਂ ਮੈਗਨੈਟਿਕ ਫੀਲਡ ਜ਼ਿਆਦਾ ਹੁੰਦਾ P ਪੁਆਇੰਟ ਦੇ ਉੱਪਰ, ਮਤਲਬ R ਡਿਸਟੈਂਸ ਦੇ ਉੱਪਰ। ਤੇ ਜੇਕਰ ਤੁਸੀਂ ਇਹੀ ਮਤਲਬ R ਡਿਸਟੈਂਸ ਇੱਧਰ ਨੂੰ ਲੈ ਲੈਂਦੇ ਜੋ, ਮਤਲਬ ਐਂਗਲ ਵੱਡਾ ਕਰ ਲੈਂਦੇ ਜੋ, ਤੇ ਉਦੋਂ ਮੈਗਨੈਟਿਕ ਫੀਲਡ ਕੀ ਆ, ਘਟ ਜਾਂਦਾ ਵਾ। ਤੇ ਜੇਕਰ ਤੁਸੀਂ ਇਹੋ ਹੀ R ਡਿਸਟੈਂਸ ਜਿਹੜੀ ਆ ਇੱਧਰ ਨੂੰ ਲੈ ਲੈਂਦੇ ਜੋ ਇਸ ਤਰੀਕੇ ਨਾਲ, ਤੇ ਹੁਣ ਐਂਗਲ ਕਿੰਨਾ ਵਾ, ਹੁਣ ਵੀ ਤੁਸੀਂ ਦੇਖ ਰਹੇ ਜੋ ਐਂਗਲ ਘਟ ਗਿਆ, ਹੁਣ ਘਟ ਗਿਆ ਤੇ ਇੱਥੇ ਵੀ ਕੀ ਆ, ਮੈਗਨੈਟਿਕ ਫੀਲਡ R ਡਿਸਟੈਂਸ ਤੇ ਘਟ ਜਾਂਦਾ ਵਾ। ਇਹ ਕਿੱਦਾਂ ਦਾ ਕਰੈਕਟਰ ਹੋ ਗਿਆ ਕਿ ਜਦੋਂ ਥੀਟਾ 90 ਆ ਉਦੋਂ ਮੈਗਨੈਟਿਕ ਫੀਲਡ ਕੀ ਆ, ਮੈਕਸਿਮਮ ਆ। ਤੇ ਜਦੋਂ ਥੀਟਾ ਜਿਹੜਾ ਵਾ ਉਹ 90 ਤੋਂ ਛੋਟਾ ਵਾ ਤੇ ਜਾਂ 90 ਤੋਂ ਵੱਡਾ ਵਾ ਉਦੋਂ ਮੈਗਨੈਟਿਕ ਫੀਲਡ ਕੀ ਆ, 90 ਤੋਂ ਛੋਟਾ ਵਾ ਤੇ ਜਾਂ 90 ਤੋਂ ਵੱਡਾ ਵਾ। ਇਹਨਾਂ ਦੋਨਾਂ ਹਾਲਾਤਾਂ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਮੈਗਨੈਟਿਕ ਫੀਲਡ ਦੀ ਜਿਹੜੀ ਸਟਰੈਂਥ ਵਾ ਉਹ ਡਿਕਰੀਜ਼ ਹੁੰਦੀ ਆ। ਹੁਣ ਦੇਖੋ ਇਹ ਕਿਹਦਾ ਕਰੈਕਟਰ ਵਾ, ਇਹ ਕਿਹਦਾ ਕਰੈਕਟਰ ਵਾ ਕਿ ਜਦੋਂ 90 ਹੋਵੇ ਤੇ ਉਦੋਂ ਮੈਕਸਿਮਮ, ਤੇ ਜਦੋਂ ਘੱਟ ਹੋਵੇ ਉਦੋਂ ਵੀ ਘੱਟ, ਤੇ ਜਦੋਂ ਵੱਧ ਹੋਵੇ 90 ਤੋਂ ਉਦੋਂ ਵੀ ਘੱਟ। ਇਹ ਕਰੈਕਟਰ ਵਾ ਸਾਈਨ ਦਾ, ਕਿਉਂਕਿ ਸਾਨੂੰ ਪਤਾ ਵਾ ਕਿ ਸਾਈਨ 90 ਦੇ ਉੱਪਰ ਆਪਣੀ ਮੈਕਸਿਮਮ ਵੈਲਿਊ ਤੇ ਹੁੰਦਾ। ਤੇ ਜੇਕਰ ਤੁਸੀਂ ਸਾਈਨ 90 ਤੋਂ ਘੱਟ ਵਾਲੀ ਕੋਈ ਵੈਲਿਊ ਦੇਖੋ, ਸਾਈਨ 80 ਦੇਖੋ, ਸਾਈਨ 70 ਦੇਖੋ, ਸਾਈਨ 60 ਦੇਖੋ, ਤੇ ਵੈਲਿਊ 1 ਤੋਂ ਘੱਟ ਹੁੰਦੀ ਆ। ਤੇ ਜੇਕਰ ਤੁਸੀਂ ਸਾਈਨ 90 ਤੋਂ ਉੱਪਰ ਵਾਲੀਆਂ ਵੈਲਿਊਜ਼ ਦੇਖੋ, ਜਿਵੇਂ ਸਾਈਨ 100 ਆ, ਸਾਈਨ 110 ਵਾ, ਸਾਈਨ 120 ਆ, ਉਹ ਵੀ ਕੀ ਆ, +1 ਤੋਂ ਘੱਟ ਹੁੰਦੀਆਂ ਵਾ। ਤੇ ਅਸੀਂ ਇਸ ਕਰਕੇ ਕੀ ਆ, ਇੱਥੇ ਇੱਕ ਸ਼ਬਦ ਹੋਰ ਯੂਜ਼ ਕਰਨ ਲੱਗੇ ਆ, ਇਹ ਜਿਹੜਾ ਮੈਗਨੈਟਿਕ ਫੀਲਡ ਵਾ ਸਾਈਨ ਥੀਟਾ ਤੇ ਡਿਪੈਂਡ ਕਰਦਾ ਵਾ। ਤੇ ਜਾਂ ਅਸੀਂ ਇਦਾਂ ਕਹੀਏ ਕਿ ਸਾਡਾ ਜਿਹੜਾ R ਦੂਰੀ ਤੇ ਪੁਆਇੰਟ ਆ ਨਾ, ਅਸੀਂ ਉਸ ਪੁਆਇੰਟ ਨੂੰ ਕੀ ਆ, ਐਡਰੈਸ ਦੇਣਾ ਵਾ। ਤੇ ਉਹ ਐਡਰੈਸ ਕੀ ਆ, ਉਹ ਐਡਰੈਸ ਇਹ ਆ ਕਿ ਉਹਦਾ ਇਸ ਕਰੰਟ ਐਲੀਮੈਂਟ ਦੇ ਨਾਲ ਐਂਗਲ ਕਿੰਨਾ ਬਣਦਾ ਵਾ। ਤੇ ਅਸੀਂ ਦੱਸਤਾ, ਮੰਨ ਲਓ ਕਿ ਇਹ ਐਂਗਲ ਬਣਦਾ ਵਾ θ ਡਿਗਰੀ, ਕਿਉਂਕਿ R ਦੂਰੀ ਤੇ ਕੋਈ ਹੋਰ ਪੁਆਇੰਟ ਵੀ ਹੋ ਸਕਦਾ ਵਾ। ਜਿਵੇਂ ਮੈਂ ਕਿਹਾ ਸੀ ਕਿ R ਦੂਰੀ ਤੇ ਮੰਨ ਲਓ ਇੱਕ ਪੁਆਇੰਟ ਇੱਥੇ ਆ Q, ਜਾਂ A ਲੈ ਲਓ ਜਾਂ B ਲੈ ਲਓ, ਪਹਿਲਾਂ A ਲਿਆ ਸੀ, ਮੰਨ ਲਓ A ਪੁਆਇੰਟ ਆ, ਪਰ ਇਹ A ਪੁਆਇੰਟ ਦਾ ਐਡਰੈਸ ਕੁਝ ਹੋਰ ਵਾ।
ਸਾਨੂੰ ਪਤਾ ਵਾ ਕਿ ਇਹਦੇ ਦੁਆਰਾ ਇੱਥੇ ਮੈਗਨੈਟਿਕ ਫੀਲਡ ਘੱਟ ਬਣਨਾ ਵਾ ਤੇ ਸਾਹਮਣੇ ਜ਼ਿਆਦਾ ਬਣਨਾ ਵਾ। ਤੇ ਅਸੀਂ ਇਸ A ਪੁਆਇੰਟ ਨੂੰ ਜਦੋਂ ਜਸਟੀਫਾਈ ਕਰਨਾ ਨਾ ਕਿ ਸਾਡਾ ਆਬਜ਼ਰਵੇਸ਼ਨ ਪੁਆਇੰਟ ਇੱਥੇ ਆ, A ਵਾਲੀ ਜਗ੍ਹਾ ਤੇ ਆ, R ਦੂਰੀ ਤੇ ਆ ਪਰ A ਵਾਲੀ ਜਗ੍ਹਾ ਤੇ ਆ, ਤੇ ਉੱਥੇ ਅਸੀਂ ਕੀ ਕਰਨਾ ਵਾ, ਉੱਥੇ ਅਸੀਂ ਇਹ ਐਂਗਲ ਜਿਹੜਾ ਵਾ ਉਹਦਾ ਐਡਰੈਸ ਦੇਣਾ ਵਾ ਕਿ ਇਹ ਐਂਗਲ ਕਿੰਨਾ ਵਾ। ਫਿਰ ਅਸੀਂ ਥੀਟਾ ਐਂਗਲ ਕਿਹਨੂੰ ਕਹਿਣਾ ਸੀ, ਇਹਨੂੰ ਕਹਿਣਾ ਸੀ। ਹੁਣ ਸਾਡੇ ਕੋਲੋਂ ਕੀ ਆ, ਹੁਣ ਸਾਡੇ ਕੋਲੋਂ ਆਬਜ਼ਰਵੇਸ਼ਨ ਪੁਆਇੰਟ ਜਿਹੜਾ ਵਾ ਮੰਨ ਲਓ ਸਾਹਮਣੇ ਪਾਸੇ ਆ, ਤੇ ਅਸੀਂ ਕਿਹਾ ਕਿ ਇਹਨਾਂ ਦੇ ਵਿੱਚ ਐਂਗਲ ਕਿੰਨਾ ਵਾ, ਥੀਟਾ ਐਂਗਲ ਆ। ਤੇ ਅਸੀਂ ਇਸ ਕਰਕੇ ਇਹਦੀ ਜਿਹੜੀ ਮੈਗਨੈਟਿਕ ਫੀਲਡ ਦੀ ਸਟਰੈਂਥ ਵਾ ਉਹ ਸਾਈਨ ਥੀਟਾ ਤੇ ਡਿਪੈਂਡ ਕਰਦੀ ਆ। ਥੀਟਾ ਅਸੀਂ ਐਡਰੈਸ ਦੇਣਾ ਵਾ ਆਪਣੇ ਆਬਜ਼ਰਵੇਸ਼ਨ ਪੁਆਇੰਟ ਨੂੰ। ਕਿਉਂ ਦੇਣਾ ਵਾ, ਕਿਉਂਕਿ R ਦੂਰੀ ਤੇ ਸਾਡੇ ਕੋਲੋਂ ਕੀ ਆ, ਇਨਫਾਈਨਾਈਟ ਪੁਆਇੰਟ ਹੋ ਸਕਦੇ ਆ, ਤੇ ਉਹਨਾਂ ਇਨਫਾਈਨਾਈਟ ਪੁਆਇੰਟ ਦੇ ਉੱਤੇ ਕੀ ਆ, ਅਲੱਗ-ਅਲੱਗ ਸਟਰੈਂਥ ਵਾ। ਇਸ ਤਰੀਕੇ ਨਾਲ ਅਸੀਂ ਇਨਫਾਈਨਾਈਟ ਪੁਆਇੰਟ ਬਣਾ ਸਕਦੇ ਹਾਂ। ਇਸ ਕਰਕੇ ਅਸੀਂ ਨਵੀਂ ਟਰਮ ਜੋੜਤੀ ਸਾਈਨ ਥੀਟਾ। ਹੁਣ ਦੇਖੋ, ਜੇਕਰ ਇਹਨਾਂ ਆਪਾਂ ਚੌਵਾਂ ਇਕੁਏਸ਼ਨਸ ਨੂੰ ਇਕੱਠਾ ਕਰੀਏ ਤਾਂ ਸਾਡੇ ਕੋਲੋਂ ਜਿਹੜੀ ਇਕੁਏਸ਼ਨ ਬਣਦੀ ਆ ਉਹ ਕਿਹੜੀ ਬਣਦੀ ਆ, ਪ੍ਰਪੋਰਸ਼ਨਲ ਲਗਾ ਕੇ ਆਈਡੀਐਲ ਸਾਈਨ ਥੀਟਾ ਅਪੋਨ ਆਰ ਸਕੁਅਰ। ਸਾਡੇ ਕੋਲੋਂ ਇਹ ਡਿਫਰੈਂਸ਼ੀਅਲ ਮੈਗਨੈਟਿਕ ਫੀਲਡ ਦੀ ਇਕੁਏਸ਼ਨ ਬਣੀ ਆ। ਮਤਲਬ ਇਸ ਛੋਟੇ ਜਿਹੇ ਕਰੰਟ ਐਲੀਮੈਂਟ ਦੇ ਕਰਕੇ P ਪੁਆਇੰਟ ਦੇ ਉੱਪਰ ਕਿੰਨਾ ਮੈਗਨੈਟਿਕ ਫੀਲਡ ਬਣਦਾ ਵਾ, ਇਸ ਛੋਟੇ ਜਿਹੇ ਪੁਆਇੰਟ ਦੇ ਕਰਕੇ। ਤੇ ਅਸੀਂ ਕਿਹਾ ਕਿੰਨਾ ਬਣਦਾ ਵਾ, ਉਹ ਇਹਦੇ ਪ੍ਰਪੋਰਸ਼ਨਲ ਆ। ਤੇ ਅਸੀਂ ਇਹ ਪ੍ਰਪੋਰਸ਼ਨਲ ਦਾ ਸਾਈਨ ਹਟਾਉਣਾ ਚਾਹੀਏ ਤੇ ਸਾਨੂੰ ਪਤਾ ਵਾ ਜਦੋਂ ਵੀ ਪ੍ਰਪੋਰਸ਼ਨੈਲਿਟੀ ਹਟਾਉਂਦੇ ਆ ਤੇ ਅਸੀਂ ਕੋਈ ਕਾਂਸਟੈਂਟ ਲਗਾਉਂਦੇ ਆ। ਕਾਂਸਟੈਂਟ K ਲਗਾਤਾ, ਅਸੀਂ ਇੱਥੇ ਆਈਡੀਅਲ ਸਾਈਨ ਥੀਟਾ ਅਪੋਨ ਆਰ ਸਕੁਅਰ ਲਿਖਤਾ। ਹੁਣ ਇਸ K ਦੀ ਜਗ੍ਹਾ ਦੇ ਉੱਪਰ ਲਗਾਇਆ ਗਿਆ ਵਾ ਮਿਊ ਨੋਟ ਅਪੋਨ 4 ਪਾਈ। ਮਤਲਬ ਜਦੋਂ ਇਹ ਜਿਹੜਾ ਆਬਜ਼ਰਵੇਸ਼ਨ ਪੁਆਇੰਟ ਫ੍ਰੀ ਸਪੇਸ ਦੇ ਵਿੱਚ ਵਾ ਜਾਂ ਵੈਕਿਊਮ ਦੇ ਵਿੱਚ ਆ, ਫਿਰ ਅਸੀਂ K ਦੀ ਵੈਲਿਊ ਕੀ ਲੈਂਦੇ ਆ, ਫਿਰ ਅਸੀਂ K ਦੀ ਵੈਲਿਊ ਲੈਂਦੇ ਆ ਮਿਊ ਨੋਟ ਅਪੋਨ 4 ਪਾਈ ਆਈਡੀਅਲ ਸਾਈਨ ਥੀਟਾ। ਅਜੇ ਤੱਕ ਅਸੀਂ ਕਰੰਟ ਐਲੀਮੈਂਟ ਕਰਕੇ ਹੀ ਮੈਗਨੈਟਿਕ ਫੀਲਡ ਕੱਢ ਰਹੇ ਹਾਂ। ਮਿਊ ਨੋਟ ਨੂੰ ਕੀ ਬੋਲਦੇ ਆ, ਮਿਊ ਨੋਟ ਨੂੰ ਬੋਲਦੇ ਆ ਅਸੀਂ ਮੀਡੀਅਮ ਦੀ ਪਰਮੇਬਿਲਿਟੀ। ਹੁਣ ਦੇਖੋ, ਇਹ ਜਿਹੜਾ ਨਿਯਮ ਆ ਨਾ, ਅਸੀਂ ਪਹਿਲਾ ਨਿਯਮ ਕਿਹੜਾ ਪੜਿਆ ਸੀ ਫੀਲਡ ਦਾ, ਗ੍ਰੈਵੀਟੇਸ਼ਨਲ ਫੀਲਡ ਦੇ ਵਿੱਚ ਗ੍ਰੈਵੀਟੇਸ਼ਨਲ ਲਾ। ਤੇ ਜਦੋਂ ਗ੍ਰੈਵੀਟੇਸ਼ਨਲ ਲਾ ਪੜਿਆ ਸੀ ਤੇ ਉੱਥੇ ਜਿਹੜਾ ਕਾਂਸਟੈਂਟ ਆਇਆ ਸੀ ਉਹ ਕਿਹੜਾ ਕਾਂਸਟੈਂਟ ਸੀ, ਸਾਨੂੰ ਪਤਾ ਵਾ ਕਿ ਉਹ ਕਾਂਸਟੈਂਟ ਸੀ G। ਤੇ ਅਸੀਂ ਇਸ G ਨੂੰ ਕੀ ਕਿਹਾ ਸੀ, ਯੂਨੀਵਰਸਲ ਗ੍ਰੈਵੀਟੇਸ਼ਨਲ ਕਾਂਸਟੈਂਟ। ਤੇ ਅਸੀਂ ਗ੍ਰੈਵੀਟੇਸ਼ਨਲ ਫੋਰਸ ਨੂੰ ਕੀ ਕਿਹਾ ਸੀ ਕਿ ਇਹ ਮੀਡੀਅਮ ਤੇ ਡਿਪੈਂਡ ਨਹੀਂ ਕਰਦੀ। ਬਾਅਦ ਵਿੱਚ ਸਾਡੇ ਕੋਲੋਂ ਫੀਲਡ ਦਾ ਕਿਹੜਾ ਨਿਯਮ ਆਇਆ ਸੀ, ਸਾਡੇ ਕੋਲੋਂ ਫੀਲਡ ਦਾ ਨਿਯਮ ਆਇਆ ਸੀ ਕੂਲਮ ਫੋਰਸ ਦੇ ਵਿੱਚ। ਤੇ ਅਸੀਂ ਕੂਲਮ ਫੋਰਸ ਦੇ ਵਿੱਚ ਕਾਂਸਟੈਂਟ ਕਿਹੜਾ ਲਗਾਇਆ ਸੀ, 1/4 ਪਾਈ ਐਪਸਾਈਲਨ 0। ਮਤਲਬ ਫ੍ਰੀ ਸਪੇਸ ਤੇ ਜਾਂ ਵੈਕਿਊਮ ਦੇ ਵਿੱਚ ਅਸੀਂ ਕਾਂਸਟੈਂਟ ਇਹ ਯੂਜ਼ ਕੀਤਾ ਸੀ। ਤੇ ਜੇ ਫ੍ਰੀ ਸਪੇਸ ਨਹੀਂ ਵਰਤਦੇ, ਮਤਲਬ ਇਲੈਕਟ੍ਰਿਕ ਫੋਰਸ ਜਿਹੜੀ ਆ ਉਹ ਫ੍ਰੀ ਸਪੇਸ ਜਾਂ ਵੈਕਿਊਮ ਦੇ ਵਿੱਚ ਨਹੀਂ ਲੱਗ ਰਹੀ, ਤੇ ਫਿਰ ਅਸੀਂ ਐਪਸਾਈਲਨ ਨੋਟ ਦੀ ਜਗ੍ਹਾ ਤੇ ਕੀ ਵਰਤਦੇ ਆ, ਐਪਸਾਈਲਨ ਵਰਤਦੇ ਆ, ਮਤਲਬ ਉਸ ਮੀਡੀਅਮ ਦਾ ਪਰਮਿਟਿਵਿਟੀ ਕਾਂਸਟੈਂਟ। ਪਰ ਹੁਣ ਸਾਡੇ ਕੋਲੋਂ ਕੀ ਆ, ਹੁਣ ਸਾਡੇ ਕੋਲੋਂ ਮੈਗਨੈਟਿਕ ਫੋਰਸ ਵਾ, ਤੇ ਸਾਨੂੰ ਪਤਾ ਵਾ ਕਿ ਮੈਗਨੈਟਿਕ ਫੋਰਸ ਦੇ ਵਿੱਚ ਕਾਂਸਟੈਂਟ ਕਿਹੜਾ ਆਇਆ ਵਾ, ਮਿਊ ਨੋਟ ਅਪੋਨ 4 ਪਾਈ। ਤੇ ਮਿਊ ਨੋਟ ਨੂੰ ਅਸੀਂ ਕੀ ਕਹਿ ਰਹੇ ਆ, ਪਰਮੇਬਿਲਿਟੀ ਕਾਂਸਟੈਂਟ। ਐਪਸਾਈਲਨ ਨੂੰ ਅਸੀਂ ਕੀ ਕਿਹਾ ਸੀ, ਐਪਸਾਈਲਨ ਨੂੰ ਕਿਹਾ ਸੀ ਪਰਮਿਟਿਵਿਟੀ ਕਾਂਸਟੈਂਟ। ਤੇ ਇਹਨੂੰ ਕੀ ਬੋਲ ਰਹੇ ਆ, ਮਿਊ ਨੋਟ ਨੂੰ ਪਰਮੇਬਿਲਿਟੀ ਕਾਂਸਟੈਂਟ ਬੋਲ ਰਹੇ ਆ। ਸੋ ਸਾਡੇ ਕੋਲੋਂ ਇੱਥੇ ਮਿਊ ਨੋਟ ਅਪੋਨ 4 ਪਾਈ ਕੀ ਆਇਆ ਵਾ, ਪਰਮੇਬਿਲਿਟੀ ਕਾਂਸਟੈਂਟ ਆਇਆ ਵਾ। ਤੇ ਜੇਕਰ ਤੁਸੀਂ ਇਹਦੀ ਵੈਲਿਊ ਪਤਾ ਕਰਨੀ ਹੋਵੇ ਤੇ ਇਹਦੀ ਵੈਲਿਊ ਜਿਹੜੀ ਆ 10 ਦੀ ਪਾਵਰ -7 ਆ। ਇਹਦਾ ਯੂਨਿਟ ਤੁਸੀਂ ਕੈਲਕੂਲੇਟ ਕਰ ਸਕਦੇ ਜੋ। ਇਹ ਸਾਰੀਆਂ ਟਰਮਸ ਜਿਹੜੀਆਂ ਵਾ ਇੱਧਰ ਕਰਕੇ ਤੁਸੀਂ ਆਸਾਨੀ ਨਾਲ ਇਹਦਾ ਕੀ ਆ, ਯੂਨਿਟ ਵੀ ਕੈਲਕੂਲੇਟ ਕਰ ਸਕਦੇ ਜੋ। ਜੇਕਰ ਤੁਸੀਂ ਇਹਦਾ ਯੂਨਿਟ ਕੈਲਕੂਲੇਟ ਕਰਨਾ ਵਾ ਤਾਂ ਤੁਸੀਂ ਦੇਖੋਗੇ ਕਿ ਇਹਦਾ ਯੂਨਿਟ ਕੀ ਬਣੇਗਾ, ਇਹ ਚੀਜ਼ ਦਾ ਉੱਧਰ ਜਾਏਗਾ, ਪਹਿਲਾਂ ਟੈਸਲਾ ਬਣੇਗਾ ਤੇ ਟੈਸਲਾ ਤੋਂ ਬਾਅਦ ਵਿੱਚ ਕੀ ਆ, ਇਹ ਵੀ ਲੈਂਥ ਆ, ਇਹ ਵੀ ਲੈਂਥ ਆ। I ਕੀ ਬਣੇਗਾ, ਕਰੰਟ ਬਣੇਗਾ, ਐਂਪੀਅਰ ਇਨਵਰਸ। ਤੇ DL ਇੱਕ ਨੀਚੇ ਆ, ਇਹ ਉੱਪਰ ਜਾਏਗੀ, ਲੈਂਥ ਬਣੇਗੀ, ਮਤਲਬ ਲੈਂਥ ਮੀਟਰ। ਕੀ ਬਣਿਆ, ਮਿਊ ਨੋਟ 4 ਪਾਈ ਦਾ 10 ਦੀ ਪਾਵਰ -7 ਟੈਸਲਾ ਐਂਪੀਅਰ ਇਨਵਰਸ ਮੀਟਰ। ਹੁਣ ਤੱਕ ਅਸੀਂ ਕੀ ਕੀਤਾ ਵਾ ਕਿ ਇਸ ਕਰੰਟ ਐਲੀਮੈਂਟ ਦੇ ਕਰਕੇ ਮੈਗਨੈਟਿਕ ਫੀਲਡ ਕੈਲਕੂਲੇਟ ਕੀਤਾ ਵਾ, ਤੇ ਉਹ ਵੀ ਕੀ ਕੀਤਾ ਵਾ, ਮੈਗਨੀਟਿਊਡ ਫਾਰਮ ਦੇ ਵਿੱਚ ਕੀਤਾ ਵਾ। ਜੇਕਰ ਤੁਸੀਂ ਇਸੇ ਨਿਯਮ ਨੂੰ, ਇਸੇ ਚੀਜ਼ ਨੂੰ ਵੈਕਟਰ ਫਾਰਮ ਦੇ ਵਿੱਚ ਦਰਸਾਉਣਾ ਚਾਹੁੰਦੇ ਜੋ, ਤੇ ਅਸੀਂ ਇਹਨੂੰ ਕੀ ਲਿਖ ਸਕਦੇ ਹਾਂ, ਅਸੀਂ ਇਹਨੂੰ ਲਿਖ ਸਕਦੇ ਹਾਂ DB ਵੈਕਟਰ। ਇਹਦੇ ਉੱਪਰ DB ਵੈਕਟਰ ਪਾਵਾਂਗੇ ਤੇ ਕਾਂਸਟੈਂਟ ਅਸੀਂ ਕਿਹੜਾ ਲਾਇਆ ਵਾ, ਕਾਂਸਟੈਂਟ ਲਾਇਆ ਵਾ ਮਿਊ ਨੋਟ 4 ਪਾਈ।
ਤੇ ਆਈਡੀਅਲ ਸਾइन ਥੀਟਾ ਵਾ ਅਸੀਂ ਇਹਨੂੰ ਲਿਖਾਂਗੇ आई dl ਵੈਕਟਰ ਇਨਟੂ r ਵੈਕਟਰ ਤੇ ਨੀਚੇ ਕੀ ਲਿਖਾਂਗੇ r ਕਿਊਬ। ਅਸੀਂ ਦੇਖੋ ਉੱਪਰ r ਨਹੀਂ ਸੀ ਹੈਗਾ, ਅਸੀਂ r ਸਕੁਅਰ ਤੋਂ r ਕਿਊਬ ਲਾ ਲਿਆ ਤੇ ਇੱਕ r ਕੀ ਆ ਉੱਪਰ ਲਗਾ ਲਿਆ। ਤੇ ਹੁਣ ਇਸ dl ਤੇ r ਦੀ ਪ੍ਰੋਡਕਟ ਨੂੰ ਖੋਲਾਂਗੇ, ਕ੍ਰੋਸ ਪ੍ਰੋਡਕਟ ਨੂੰ ਖੋਲਾਂਗੇ ਤੇ ਸਾਨੂੰ ਪਤਾ ਵਾ ਇਹ ਕੀ ਆ ਜਾਣਾ ਵਾ IDL r sin ਥੀਟਾ ਆ ਜਾਣਾ ਵਾ ਤੇ ਇੱਕ ਉੱਪਰ r ਆ ਤੇ ਇੱਕ r ਨੀਚੋਂ ਕੱਟਿਆ ਜਾਣਾ ਵਾ ਤੇ ਸਾਡੇ ਕੋਲੋਂ ਰਿਜ਼ਲਟ ਜਿਹੜਾ ਵਾ ਫਿਰ ਇਹੋ ਹੀ ਬਣ ਜਾਣਾ ਵਾ। ਹੁਣ ਇਹ ਜਿਹੜਾ ਮੈਗਨੈਟਿਕ ਫੀਲਡ ਆ ਇਹ ਕਿਹਦੇ ਕਰਕੇ ਆ, ਇਸ ਛੋਟੇ ਜਿਹੇ ਕਰੰਟ ਐਲੀਮੈਂਟ ਦੇ ਕਰਕੇ। ਪਰ ਜੇਕਰ ਅਸੀਂ ਚਾਹੁੰਦੇ ਆ ਕਿ ਪੂਰੇ ਕੰਡਕਟਰ ਦੇ ਕਰਕੇ ਸਾਡੇ ਕੋਲੋਂ ਮੈਗਨੈਟਿਕ ਫੀਲਡ ਆਵੇ ਤੇ ਅਸੀਂ ਪੂਰੇ ਦੇ ਕਰਕੇ ਜਿਹੜੀ ਇਕੁਏਸ਼ਨ ਬਣਾਵਾਂਗੇ ਉਹ ਕਿਸ ਤਰ੍ਹਾਂ ਬਣਾਵਾਂਗੇ, ਇਸ ਇਕੁਏਸ਼ਨ ਨੂੰ ਕੀ ਕਰਾਂਗੇ ਇੰਟੀਗ੍ਰੇਟ ਕਰ ਦਾਂਗੇ। ਇਸ ਇਕੁਏਸ਼ਨ ਨੂੰ ਇੰਟੀਗ੍ਰੇਟ ਕਰਾਂਗੇ ਤਾਂ ਸਾਡੇ ਕੋਲੋਂ ਕਿਹੜੀ ਇਕੁਏਸ਼ਨ ਆਏਗੀ, μ0 4 ਪਾਈ ਜਿਹੜਾ ਵਾ ਉਹ ਬਾਹਰ ਆ ਜਾਏਗਾ ਤੇ ਅੰਦਰ ਕੀ ਆਏਗਾ IDL ਇਨਟੂ r ਅਪੋਨ ਸਾਡੇ ਕੋਲੋਂ ਇਹ ਵਾਲੀ ਇਕੁਏਸ਼ਨ ਆਏਗੀ। B vector is equal to integration of this differential magnetic field is equal to μ0 4 pi integration start ਆ IDL r vector cross product ਦੇ ਵਿੱਚ ਆ ਤੇ ਨੀਚੇ ਮੈਗਨੀਟਿਊਡ ਵਾ ਕਿਹਦਾ r ਦਾ ਕਿਊਬ ਪਾਵਰ ਦੇ ਵਿੱਚ। ਸੋ ਸਾਡੇ ਕੋਲੋਂ ਮੈਗਨੈਟਿਕ ਫੀਲਡ ਆਇਆ। ਹੁਣ ਅਸੀਂ ਇਹ ਪਤਾ ਕਰਨਾ ਵਾ ਕਿ ਇਹ ਜਿਹੜਾ ਮੈਗਨੈਟਿਕ ਫੀਲਡ ਵਾ ਇਹਦੀ ਡਾਇਰੈਕਸ਼ਨ ਕਿੱਧਰ ਨੂੰ ਆ, ਕਿਉਂਕਿ ਸਾਨੂੰ ਪਤਾ ਵਾ ਕਿ ਮੈਗਨੈਟਿਕ ਫੀਲਡ ਕੀ ਆ, ਇੱਕ ਵੈਕਟਰ ਕੁਆਂਟਿਟੀ ਆ ਤੇ ਜੇ ਵੈਕਟਰ ਕੁਆਂਟਿਟੀ ਆ ਤੇ ਫਿਰ ਇਹਦੀ ਕੋਈ ਨਾ ਕੋਈ ਡਾਇਰੈਕਸ਼ਨ ਤੇ ਹੋਏਗੀ। ਸਾਨੂੰ ਇਹਦੇ ਵਿੱਚ ਕੀ ਮਿਲ ਰਿਹਾ ਵਾ, ਸਾਨੂੰ ਇਹਦੇ ਵਿੱਚ ਦੇਖੋ ਮਿਲ ਰਿਹਾ ਵਾ DL ਤੇ R ਦੀ ਪ੍ਰੋਡਕਟ ਮਿਲ ਰਹੀ ਆ ਤੇ ਸਾਨੂੰ ਪਤਾ ਵਾ ਕਿ ਕ੍ਰੋਸ ਪ੍ਰੋਡਕਟ ਦੇ ਵਿੱਚ ਕੀ ਹੁੰਦਾ ਵਾ, ਕ੍ਰੋਸ ਪ੍ਰੋਡਕਟ ਦੇ ਵਿੱਚ ਜਿਹੜਾ ਰਿਜ਼ਲਟੈਂਟ ਵੈਕਟਰ ਹੁੰਦਾ ਨਾ ਉਹਦੀ ਡਾਇਰੈਕਸ਼ਨ ਕਿੱਧਰ ਨੂੰ ਹੁੰਦੀ ਆ, ਪਰਪੈਂਡੀਕੂਲਰ ਟੂ ਦਾ ਪਲੇਨ ਹੁੰਦੀ ਆ। ਮਤਲਬ ਜਿਸ ਪਲੇਨ ਦੇ ਵਿੱਚ DL ਤੇ R ਵਾ, ਜਿਵੇਂ ਆਪਾਂ ਕਹਿੰਦੇ ਆ ਕਿ DL ਤੇ R ਇਹ ਚੀਜ਼ ਆ ਇਹ ਇੱਕੋ ਪਲੇਨ ਦੇ ਵਿੱਚ ਆ। ਇਹਨਾਂ ਦਾ ਪਲੇਨ ਇਸ ਵੇਲੇ ਕਿਹੜਾ ਵਾ, ਇਹ ਬੋਰਡ ਕੀ ਆ, ਇਹਨਾਂ ਦਾ 2 ਡਾਇਮੈਂਸ਼ਨਲ ਪਲੇਨ ਆ। ਤੇ ਜੇਕਰ ਅਸੀਂ ਕਹੀਏ ਕਿ ਇਸ ਮੈਗਨੈਟਿਕ ਫੀਲਡ ਦੀ ਇਸ ਜਗ੍ਹਾ ਤੇ ਡਾਇਰੈਕਸ਼ਨ ਕਿੱਧਰ ਨੂੰ ਹੋਏਗੀ, ਜਾਂ ਤੇ ਅੰਦਰ ਨੂੰ ਹੋਏਗੀ ਜਾਂ ਬਾਹਰ ਨੂੰ ਹੋਏਗੀ, ਪਰ ਹੋਵੇਗੀ ਕਿੱਦਾਂ, ਇਸ ਬੋਰਡ ਦੇ ਪਰਪੈਂਡੀਕੂਲਰ ਹੋਏਗੀ। ਤੇ ਅਸੀਂ ਇਹ ਚੀਜ਼ ਕਿਵੇਂ ਨੋਟ ਕਰ ਸਕਦੇ ਹਾਂ, ਰਾਈਟ ਹੈਂਡ ਪਾਮ ਰੂਲ ਤੋਂ ਕਰ ਸਕਦੇ ਹਾਂ। ਦੇਖੋ ਅਸੀਂ ਅੰਗੂਠੇ ਨੂੰ ਕੀ ਆ ਕਰੰਟ ਦੀ ਡਾਇਰੈਕਸ਼ਨ ਦੇ ਵਿੱਚ ਲੈ ਜਾਂਦੇ ਆ ਤੇ ਜਦੋਂ ਅਸੀਂ ਉਂਗਲਾਂ ਮੋੜਾਂਗੇ ਇਸ ਤਰੀਕੇ ਨਾਲ ਤੇ ਉਂਗਲਾਂ ਮੋੜਾਂਗੇ ਤਾਂ ਉਂਗਲਾਂ ਕਿੱਧਰ ਨੂੰ ਜਾਣਗੀਆਂ, ਅੰਦਰ ਨੂੰ ਜਾਣਗੀਆਂ। ਮਤਲਬ ਇੱਥੇ ਜਿਹੜੀ ਆ ਮੈਗਨੈਟਿਕ ਫੀਲਡ ਦੀ ਡਾਇਰੈਕਸ਼ਨ ਕੀ ਆ, ਇਨਵਰਡ ਆ। ਤੇ ਇਨਵਰਡ ਨੂੰ ਅਸੀਂ ਕਿੱਦਾਂ ਡਿਫਾਈਨ ਕਰਦੇ ਹਾਂ, ਇਸ ਤਰੀਕੇ ਨਾਲ ਕਰਦੇ ਹਾਂ ਕਿ ਮੈਗਨੈਟਿਕ ਫੀਲਡ ਦੀ ਡਾਇਰੈਕਸ਼ਨ ਕੀ ਆ, ਇਨਵਰਡ ਆ। ਜੇਕਰ ਕਰੰਟ ਉੱਪਰੋਂ ਨੀਚੇ ਆ ਰਿਹਾ ਹੁੰਦਾ, ਮਤਲਬ ਕਿ ਸਾਡੇ ਕੋਲੋਂ ਕਰੰਟ ਹੁੰਦਾ ਉੱਪਰੋਂ ਨੀਚੇ, ਫਿਰ ਇਸ ਜਗ੍ਹਾ ਤੇ ਮੈਗਨੈਟਿਕ ਫੀਲਡ ਕਿਵੇਂ ਹੋਣਾ ਸੀ, ਦੇਖੋ ਉੱਪਰੋਂ ਨੀਚੇ ਆ ਰਿਹਾ ਵਾ, ਅਸੀਂ ਅੰਗੂਠੇ ਨੂੰ ਕਰੰਟ ਦੀ ਡਾਇਰੈਕਸ਼ਨ 'ਚ ਤੇ ਮੈਗਨੈਟਿਕ ਫੀਲਡ ਜਿਹੜਾ ਪਿੱਛੋਂ ਨਿਕਲ ਕੇ ਕੀ ਆ ਬਾਹਰ ਨੂੰ ਆਉਣਾ ਸੀ, ਇੱਥੋਂ ਕੀ ਆ ਬਾਹਰ ਨੂੰ ਆਉਣਾ ਸੀ। ਜਦੋਂ ਅਸੀਂ ਇੱਥੇ ਰੱਖਦੇ ਤੇ ਪਿੱਛੋਂ ਦੀ ਹੱਥ ਲੈ ਕੇ ਆਉਂਦੇ ਤੇ ਮੈਗਨੈਟਿਕ ਫੀਲਡ ਸਾਡੀਆਂ ਉਂਗਲਾਂ ਦੀ ਡਾਇਰੈਕਸ਼ਨ 'ਚ ਹੋਣਾ ਸੀ ਜਿਹੜੀਆਂ ਕਿ ਬਾਹਰ ਨੂੰ ਆ ਰਹੀਆਂ ਵਾ। ਮੇਰੇ ਕਹਿਣ ਦਾ ਮਤਲਬ ਆ ਕਿ ਡਾਇਰੈਕਸ਼ਨ ਬਦਲਦੇ ਆ ਤੇ ਮੈਗਨੈਟਿਕ ਫੀਲਡ ਦੀ ਡਾਇਰੈਕਸ਼ਨ ਵੀ ਕੀ ਆ ਬਦਲ ਜਾਂਦੀ ਆ। ਪਹਿਲਾਂ ਕੀ ਸੀ, ਉਹ ਉੱਪਰ ਨੂੰ ਜਾਂਦੇ ਆ ਉਹ ਅੰਦਰਵਾਰ ਵਾ ਜਾ ਰਿਹਾ ਵਾ ਤੇ ਜੇਕਰ ਅਸੀਂ ਕਰੰਟ ਦੀ ਡਾਇਰੈਕਸ਼ਨ ਨੀਚੇ ਨੂੰ ਕਰਾਂਗੇ ਤੇ ਇਸ ਜਗ੍ਹਾ ਤੋਂ ਮੈਗਨੈਟਿਕ ਫੀਲਡ ਕੀ ਆ ਬਾਹਰ ਆ ਰਿਹਾ ਵਾ। ਸੋ ਇਸ ਤਰੀਕੇ ਨਾਲ ਸਾਡੇ ਕੋਲੋਂ ਇਹ ਜਿਹੜਾ ਮੈਗਨੈਟਿਕ ਫੀਲਡ ਦਾ ਪਹਿਲਾ ਬੇਸਿਕ ਨਿਯਮ ਬਣਿਆ ਵਾ ਜਿਹਨੂੰ ਅਸੀਂ ਕੀ ਬੋਲਦੇ ਆ, ਬਾਇਓਟ ਸੈਵਰਟਸ ਲਾ ਬੋਲਦੇ ਆ। ਸੋ ਸਾਡਾ ਇਹ ਸੀ ਬਾਇਓਟ ਸੈਵਰਟਸ ਲਾ। ਦੇਖੋ ਅਜੇ ਤੱਕ ਅਸੀਂ ਕੀ ਆ ਇਲੈਕਟ੍ਰਿਕ ਫੀਲਡ ਵੀ ਪੜ੍ਹ ਚੁੱਕੇ ਆ ਤੇ ਮੈਗਨੈਟਿਕ ਫੀਲਡ ਵੀ ਪੜ੍ਹ ਚੁੱਕੇ ਆ। ਤੇ ਜੇਕਰ ਅਸੀਂ ਥੋੜਾ ਜਿਹਾ ਕੰਪੈਰੀਜ਼ਨ ਕਰੀਏ ਤੇ ਸਾਡਾ ਬੇਸਿਕ ਕੰਪੈਰੀਜ਼ਨ ਕੀ ਆ, ਬੇਸਿਕ ਕੰਪੈਰੀਜ਼ਨ ਜਾਂ ਬੇਸਿਕ ਡਿਫਰੈਂਸ ਇਹ ਆ ਕਿ ਇਲੈਕਟ੍ਰਿਕ ਫੀਲਡ ਦਾ ਸੋਰਸ ਕੌਣ ਸੀ, ਚਾਰਜ, ਤੇ ਚਾਰਜ ਕੀ ਆ ਇੱਕ ਸਕੇਲਰ ਕੁਆਂਟੀਟੀ ਆ। ਤੇ ਮੈਗਨੈਟਿਕ ਫੀਲਡ ਦਾ ਸਾਡੇ ਕੋਲੋਂ ਇੱਥੇ ਸੋਰਸ ਕੌਣ ਆ, ਕਰੰਟ ਐਲੀਮੈਂਟ ਆ, ਇੱਕ ਵੈਕਟਰ ਕੁਆਂਟੀਟੀ ਆ। ਤੇ ਇਲੈਕਟ੍ਰਿਕ ਫੀਲਡ ਦੇ ਵਿੱਚ ਅਸੀਂ ਕੀ ਕੀਤਾ ਸੀ, ਇਲੈਕਟ੍ਰਿਕ ਫੀਲਡ ਦੇ ਵਿੱਚ ਅਸੀਂ ਕਨਸਟੈਂਟ ਲਗਾਇਆ ਸੀ 1/4 ਪਾਈ ਐਪਸਾਈਲਨ ਨੋਟ। ਪਰ ਮੈਗਨੈਟਿਕ ਫੀਲਡ ਦੇ ਵਿੱਚ ਕੀ ਆ, ਮੈਗਨੈਟਿਕ ਫੀਲਡ ਦੇ ਵਿੱਚ ਅਸੀਂ ਕਨਸਟੈਂਟ ਲਗਾਇਆ ਵਾ μ0 4 ਪਾਈ। ਇੱਕ ਬੇਸਿਕ ਡਿਫਰੈਂਸ ਹੋਰ ਆ ਜਿਹੜਾ ਕਿ ਅਸੀਂ ਡਿਸਕਸ ਕਰਦੇ ਹਾਂ, ਪਹਿਲਾਂ ਇਹਨੂੰ ਮਿਟਾ ਲੈਂਦੇ ਹਾਂ। ਇਲੈਕਟ੍ਰਿਕ ਫੀਲਡ ਦੇ ਵਿੱਚ ਕੀ ਹੁੰਦਾ ਵਾ ਕਿ ਇਲੈਕਟ੍ਰਿਕ ਫੀਲਡ ਦੀ ਜਿਹੜੀ ਡਾਇਰੈਕਸ਼ਨ ਆ ਉਹ ਕੀ ਆ,
इस रेडियस वैक्टर दे अलोंग ही हुंदी आ। पर मैगनैटिक फील्ड दे विच की आ, मैगनैटिक फील्ड दे विच जदों कोई करंट एलीमेंट आइडियल जिहड़ा वा उहदा मैगनैटिक फील्ड बनेगा, उहदी डायरैक्शन की आ इस रेडियस वैक्टर दे परपेंडिकुलर आ। ਇਹ ਕੀ ਆ, ਇਲੈਕਟ੍ਰਿਕ ਫੀਲਡ ਰੇਡੀਅਸ ਵੈਕਟਰ ਦੇ ਅਲੋਂਗ ਵਾ। ਇੱਥੇ ਕੀ ਆ, ਰੇਡੀਅਸ ਵੈਕਟਰ ਦੇ ਕੀ ਆ, ਪਰਪੈਂਡੀਕੂਲਰ ਆ ਮੈਗਨੈਟਿਕ ਫੀਲਡ। ਹੋਰ ਅਸੀਂ ਇਹਦੇ ਵਿੱਚ ਸਿਮਿਲੈਰਿਟੀ ਕਹਿ ਸਕਦੇ ਹਾਂ। ਇਹਦੇ ਵਿੱਚ ਸਿਮਿਲੈਰਿਟੀ ਇਹ ਆ ਕਿ ਦੋਨੋਂ ਇਨਵਰਸ ਸਕੁਅਰ ਲਾ ਫੋਲੋ ਕਰਦੇ ਆ, ਦੋਨੋਂ ਪ੍ਰਿੰਸੀਪਲ ਆਫ ਸੁਪਰਪੋਜੀਸ਼ਨ ਨੂੰ ਫੋਲੋ ਕਰਦੇ ਆ। ਸੋ ਮੈਂ ਇਦਾਂ ਕਹਿ ਸਕਦਾ ਵਾਂ कि जिन्नी इंपॉर्टेंस जिहड़ी आ इलैक्ट्रिक फील्ड दे विच कूलम ला दी आ, उन्नी ही इंपॉर्टेंस जिहड़ी आ मैगनैटिक फील्ड दे विच बायोट-सैवर्ट्स ला दी आ। ते हुण असीं देखदे हां इस बायोट-सैवर्ट्स ला दी पहली एप्लीकेशन। ते असीं इस पहली एप्लीकेशन दे विच देखदे हां मैगनैटिक फील्ड ड्यू टू करंट कैरिंग सर्कुलर लूप। एक की आ करंट कैरिंग सर्कुलर लूप आ। साडे कोलों मान लो जदों असीं कहने आ कि साडे कोलों एक करंट कैरिंग सर्कुलर लूप आ, ते असीं इहदे विच मान लैंदे आ कि करंट किधर नूं फ्लो कर रहा वा, एंटी क्लॉकवाइज कर रहा वा। तुसीं क्लॉकवाइज भी कह सकदे जो, एंटी क्लॉकवाइज भी कह सकदे जो। असीं क्या कि एंटी क्लॉकवाइज इहदे विच की आ करंट फ्लो कर रहा वा। हुण देखो जदों इहदे विच करंट फ्लो कर रहा ना, ते इहदे आले दुआले की आ मैगनैटिक फील्ड बनना वा। तो सानू पता वा कि जेकर मैगनैटिक फील्ड बनेगा, जेकर मेरे को एक स्टेट कंडक्टर हुंदा तो मैगनैटिक फील्ड किवें बनना सी। मैं कहना कि इस जगह ते मैगनैटिक फील्ड देखना वा। इत्थे की असीं एक लूप बनाउणी सी, इहदे बाहर एक वड्डी रिंग बना सकते हैं, इहदे बाहर होर वड्डी रिंग बना सकते हैं। इस तरीके नाल की आ ये मैगनैटिक फील्ड दियां लूप्स बनदियां वा। तो हुण इत्थे लूप्स किस तरह दियां बन गईयां, इस तरीके दियां बन गईयां। इहदे बाहर एक होर वड्डी बनेगी, इहदे अंदर छोटियां बन गईयां इस तरीके नाल, ते इहदे बाहर होर वड्डी बनेगी। तुसीं किसी भी जगह ते मैगनैटिक फील्ड दी लूप बना सकदे जो इस तरीके नाल। सो ये जिहड़ियां मैगनैटिक लूप्स आ इस तरीके नाल बन गईयां। हुण देखो इहदे विच जिवें कि मैं मन्निया वा कि करंट किधर नूं आ, इधर नूं फ्लो कर रहा वा, किधर नूं एंटी क्लॉकवाइज कर रहा वा। तो जदों करंट एंटी क्लॉकवाइज कर रहा वा, ठीक आ, तो तुसीं की करो अंगूठे नूं करंट दी डायरैक्शन च रखो। हुण उंगलां किद्दां वा, उंगलां पिछों दी हो के सेंटर दे विचों, मतलब इहदे विचों की आ बाहर निकल गईयां। तुसीं की करो इत्थे अंगूठा करंट दी डायरैक्शन च रखिया, ते उंगलां की आ, उंगलां अंदर नूं जा रहीआं वा। तो जदों उंगलां अंदर नूं जाणगियां ते इस करंट कैरिंग जिहड़ी सर्कुलर लूप आ उहदे पिछों दी हो के बाहर आउणगियां, ते सानू इत्थों की लगेगा बाहर निकल रहीआं वा, मतलब आउटवर्ड आ। मतलब सेंटर दे विच जेकर गल करो ना, सेंटर दे विच मैगनैटिक फील्ड दियां लाइनां दा एक गुच्छा जा, एक बंच जा बाहर आएगा, सानू सेंटर दे विच नज़र आएगा। मैं फिर कह रहा वां कि जदों मान लो इधर नूं इलैक्ट्रिक करंट जा रहा वा, तुसीं अंगूठा इधर नूं रखिया ते मैगनैटिक फील्ड पिछों दी की आ बाहर नूं आ रहा वा, ते सेंटर दे विच की आ एक तुहानूं की आ मैगनैटिक लाइनस दा गुच्छा जिहा नज़र आएगा जिहड़ा कि बाहर नूं प्रतीत होएगा। सो साडे कोलों की आ इहदे विच करंट कैरिंग लूप दे विच इस तरीके नाल मैगनैटिक फील्ड बनदा वा। हुण आपां इह जिहड़ा मैगनैटिक फील्ड आ ना, इहनूं कैलकुलेट करना वा। आपां की करदे आ कि साडे कोलों मान लो एक करंट कैरिंग लूप आ, ते इहदे विच असीं उसे तरीके नाल मान लैंदे आ कि जिहड़ा करंट वा वो किधर नूं आ, एंटी क्लॉकवाइज आ। ते असीं जदों भी कोई निज़म बनाउंदे आ ना, निज़म बनदा है जां पॉइंट चार्ज वास्ते ते जां करंट एलीमेंट वास्ते। बाद विच असीं की करदे आ, बाद च असीं मैथ दी हैल्प नाल इंटीग्रेट करके पूरे वास्ते कैलकुलेट कर लैंदे आ। ते असीं इत्थे भी की करदे आ, एक करंट एलीमेंट लैंदे आ DL। हुण इस करंट एलीमेंट की डायरैक्शन किधर नूं आ, जेकर मैं इस करंट एलीमेंट नूं वैक्टर कहना वा ना, तो मैनूं पता वा कि इस करंट एलीमेंट की डायरैक्शन किधर नूं आ, इस जगह ते इधर नूं आ, ते मेरा सेंटर कित्थे आ, इस जगह ते उपर आ। ते जेकर मैं रेडियस वैक्टर बनावां, ये बनेगा। फिलहाल मैं पहला की कर रहा वां, सेंटर के उपर आपां की आ इस करंट कैरिंग वायर का मैगनैटिक फील्ड चैक कर लैंदे आ। हुण सेंटर तो दूरी कितनी आ, R वा, ते सानू पता वा कि ये वाला एंगल कितना बनना वा, R ते DL दे विच एंगल कितना बनना वा, ये सर्कुलर लूप आ ते ये कितना बनना वा 90 डिग्री।
ਤੁਸੀਂ ਕਿਸੇ ਵੀ ਜਗ੍ਹਾ ਤੇ ਕਰੰਟ ਐਲੀਮੈਂਟ ਲਓ, ਬੇਸ਼ੱਕ ਇੱਥੇ ਲੈ ਲਓ, ਇੱਥੇ ਵੀ ਸੈਂਟਰ ਦਾ ਜਿਹੜਾ ਰੇਡੀਅਸ ਆ ਤੇ ਉਹਦਾ ਕਰੰਟ ਐਲੀਮੈਂਟ ਦਾ ਕਿੰਨਾ ਐਂਗਲ ਬਣਨਾ ਵਾ, ਇੱਥੇ ਵੀ 90 ਬਣਨਾ ਵਾ, ਮਤਲਬ ਹਰੇਕ ਜਗ੍ਹਾ ਤੇ 90 ਬਣਨਾ ਵਾ। ਆਪਾਂ ਪਹਿਲਾਂ ਕਹਿੰਦੇ ਆ ਕਿ ਇਸ ਸਮਾਲ ਕਰੰਟ ਐਲੀਮੈਂਟ ਦੇ ਕਰਕੇ ਇੱਥੇ ਮੈਗਨੈਟਿਕ ਫੀਲਡ ਕਿੰਨਾ ਬਣਿਆ, dB ਇਜ਼ ਇਕੁਅਲ ਟੂ ਮਿਊ ਨੋਟ 4 ਪਾਈ I dl ਅਪੋਨ r ਸਕੁਅਰ ਤੇ ਸਾਈਨ 90। ਹੁਣ ਸਾਈਨ 90 ਕਿੰਨਾ ਵਾ, 1 ਵਾ। ਅਸੀਂ ਬੇਸ਼ੱਕ ਇਹਨੂੰ ਭਾਵੇਂ ਕੀ ਆ ਨਾ ਲਿਖੀਏ, ਕਿਉਂਕਿ ਸਰਕੂਲਰ ਕੇਸ ਦੇ ਵਿੱਚ ਕੀ ਆ, ਹਮੇਸ਼ਾ ਐਂਗਲ ਕਿੰਨਾ ਰਹਿਣਾ ਵਾ, 90 ਡਿਗਰੀ ਹੀ ਰਹਿਣਾ ਵਾ। ਸੋ ਸਾਡੇ ਕੋਲੋਂ ਇਕੁਏਸ਼ਨ ਕਿਹੜੀ ਬਣ ਜਾਂਦੀ ਆ, ਇਹ ਵਾਲੀ। ਇੰਨਾ ਮੈਗਨੈਟਿਕ ਫੀਲਡ ਆ। ਹੁਣ ਜੇਕਰ ਅਸੀਂ ਪੂਰੀ ਵਾਇਰ ਦੇ ਕਰਕੇ ਮੈਗਨੈਟਿਕ ਫੀਲਡ ਪਤਾ ਕਰਨਾ ਵਾ, ਮਤਲਬ ਪੂਰੀ ਲੂਪ ਕਰਕੇ, ਅਜੇ ਤੱਕ ਅਸੀਂ ਕੀ ਕੀਤਾ ਵਾ, ਸਿਰਫ ਇੰਨੇ ਟੁਕੜੇ ਕਰਕੇ ਮੈਗਨੈਟਿਕ ਫੀਲਡ ਪਤਾ ਕੀਤਾ ਵਾ। ਤੇ ਅਸੀਂ ਕੀ ਕਰਦੇ ਆ, ਮੈਗਨੈਟਿਕ ਫੀਲਡ ਡਿਊ ਟੂ ਹੋਲ ਲੂਪ, ਹੋਲ ਕਰੰਟ ਕੈਰਿੰਗ ਲੂਪ ਪੂਰੇ ਕਰਕੇ ਪਤਾ ਕਰਦੇ ਆ। ਤੇ ਪੂਰੇ ਕਰਕੇ ਕਿੱਦਾਂ ਕਰਾਂਗੇ, ਅਸੀਂ ਇੰਟੀਗ੍ਰੇਟ ਕਰ ਦਾਂਗੇ ਇਸੇ ਨੂੰ ਹੀ, dB ਨੂੰ। ਇੰਟੀਗ੍ਰੇਟ ਕਰਨ ਦਾ ਮਤਲਬ ਆ ਕਿ ਇਹ dl ਵਾਸਤੇ ਕੱਢ ਲਿਆ, ਅਗਲੇ dl ਵਾਸਤੇ ਕੱਢ ਲਓ, ਅਗਲੇ dl ਵਾਸਤੇ ਕੱਢ ਲਓ, ਅਗਲੇ dl ਵਾਸਤੇ ਕੱਢ ਲਓ, ਤੇ ਸਾਰੇ ਜੋੜ ਦਿਓ। ਤੇ ਅਸੀਂ ਜਾਂ ਤੇ ਇਸ ਤਰੀਕੇ ਨਾਲ ਸਾਰੇ ਕੱਢ ਕੇ ਜੋੜ ਦਈਏ, ਤੇ ਜਾਂ ਅਸੀਂ ਕੀ ਕਰੀਏ, ਇੰਟੀਗ੍ਰੇਟ ਕਰ ਲਈਏ। ਤੇ ਇੰਟੀਗ੍ਰੇਟ ਕਰਾਂਗੇ ਤੇ ਮਿਊ ਨੋਟ 4 ਪਾਈ ਕੀ ਆ, ਬਾਹਰ ਆ ਜਾਣਗੇ, ਆਈਡੀਅਲ I ਬਾਹਰ ਆਏਗਾ ਤੇ r ਸਕੁਅਰ ਫਿਰ ਕਾਂਸਟੈਂਟ ਰਹੇਗਾ ਤੇ ਅੰਦਰ ਕੀ ਰਹੇਗਾ, dl। ਇਸ ਕੇਸ 'ਚ r ਸਕੁਅਰ ਕਾਂਸਟੈਂਟ ਰਹਿਣਾ, ਕਿਉਂਕਿ ਜਿੰਨੇ ਮਰਜ਼ੀ ਤੁਸੀਂ dl ਕਿਤੇ ਵੀ ਲੈ ਲਓ, r ਜਿਹੜਾ ਵਾ ਉਹ ਸੇਮ ਆ। ਹੁਣ ਇਸ dl ਦੀ ਇੰਟੀਗ੍ਰੇਸ਼ਨ ਕੀ ਆ, ਮਤਲਬ ਜੇ ਸਾਰੇ dl ਜੋੜੀਏ, ਇਹਦਾ ਮਤਲਬ ਕੀ ਆ, ਇਹਦਾ ਮਤਲਬ ਇਸ ਚੀਜ਼ ਦਾ ਮਤਲਬ ਆ ਕਿ ਤੁਸੀਂ ਸਾਰੇ dl ਜੋੜੋ, ਤੇ ਸਾਰੇ dl ਜੋੜਾਂਗੇ ਤੇ ਰਿਜ਼ਲਟ ਕਿੰਨਾ ਆਉਣਾ, 2 ਪਾਈ r ਆਉਣਾ। ਸਾਨੂੰ ਪਤਾ ਵਾ ਇਹਦਾ ਸਰਕਮਫਰੈਂਸ ਹੀ ਆ ਜਾਣਾ। ਤੇ ਅਸੀਂ ਇਹਦੀ ਜਗ੍ਹਾ ਤੇ ਕੀ ਲਿਖਦੇ ਆ, ਇਹਦੀ ਜਗ੍ਹਾ ਤੇ ਲਿਖਦੇ ਆ 2 ਪਾਈ r ਮਿਊ ਨੋਟ 4 ਪਾਈ I 2 ਪਾਈ r ਅਪੋਨ r ਸਕੁਅਰ। ਹੁਣ ਇਹਦੇ 'ਚ ਕੀ ਆ, ਹੁਣ ਇਹਦੇ 'ਚ ਆਪਾਂ ਜਿਹੜੀਆਂ ਟਰਮਸ ਕੈਂਸਲ ਹੋ ਸਕਦੀਆਂ ਵਾ, ਕੈਂਸਲ ਕਰ ਸਕਦੇ ਆ। ਤੇ ਇਹਦੇ 'ਚ ਅਸੀਂ ਕੀ ਕੈਂਸਲ ਕਰ ਦਿੰਦੇ ਆ, ਪਾਈ ਕੈਂਸਲ ਕਰ ਦਿੰਦੇ ਆ, r ਉੱਪਰ ਇੱਕ ਹੈਗਾ ਵਾ, ਇਹ 2 ਆ, ਇਹ 2 ਨੀਚੇ ਲਗਾ ਦਿੰਦੇ ਆ। ਤੇ ਸਾਡੇ ਕੋਲੋਂ ਜਿਹੜਾ ਨਿਜ਼ਮ ਬਣਿਆ b ਵੈਕਟਰ ਮਿਊ ਨੋਟ, ਉੱਪਰ ਕੀ ਰਹਿ ਗਿਆ, ਕੱਲਾ I ਰਹਿ ਗਿਆ, ਤੇ ਥੱਲੇ ਕੀ ਰਹਿ ਗਿਆ, 2r ਰਹਿ ਗਿਆ। ਮਤਲਬ ਜੇਕਰ ਅਸੀਂ ਕਹੀਏ ਕਿ ਇਸ ਕਰੰਟ ਕੈਰਿੰਗ ਜਿਹੜੀ ਆ ਸਰਕੂਲਰ ਲੂਪ ਦੇ ਸੈਂਟਰ ਤੇ ਮੈਗਨੈਟਿਕ ਫੀਲਡ ਕਿੰਨਾ ਵਾ, ਤੇ ਸਾਡੇ ਕੋਲੋਂ ਇਕੁਏਸ਼ਨ ਆਈ ਆ ਮਿਊ ਨੋਟ I ਅਪੋਨ 2r। ਇਹ ਜਿਹੜਾ ਰਿਜ਼ਲਟ ਆ ਇਹ ਬਹੁਤ ਇੰਪੋਰਟੈਂਟ ਆ। ਕਈ ਵਾਰੀ ਸਾਨੂੰ ਕੀ ਆ, ਮਲਟੀਪਲ ਚੋਇਸ ਦਾ ਕੁਐਸਚਨ ਦੇ ਕੇ ਇਹ ਡਾਇਰੈਕਟ ਆਨਸਰ ਪੁੱਛਿਆ ਜਾਂਦਾ ਵਾ ਕਿ ਇੱਕ ਕਰੰਟ ਕੈਰਿੰਗ ਲੂਪ ਦੇ ਸੈਂਟਰ ਦੇ ਉੱਤੇ ਮੈਗਨੈਟਿਕ ਫੀਲਡ ਕਿੰਨਾ ਹੁੰਦਾ। ਜੇਕਰ ਅਸੀਂ ਸਾਡੇ ਕੋਲੋਂ ਜਿਹੜੀ ਸਰਕੂਲਰ ਲੂਪ ਆ ਉਹ ਹਾਫ ਹੋਵੇ, ਮੈਂ ਇਸ ਤਰੀਕੇ ਨਾਲ ਕਹਾਂ ਕਿ ਜੇਕਰ ਮੇਰੇ ਕੋਲੋਂ ਜਿਹੜੀ ਸਰਕੂਲਰ ਲੂਪ ਆ ਉਹ ਹਾਫ ਆ, ਇਸ ਤਰੀਕੇ ਨਾਲ ਅੱਧੀ ਆ, ਤੇ ਜੇਕਰ ਮੇਰੇ ਕੋਲੋਂ ਇਹ ਜਿਹੜੀ ਲੂਪ ਵਾ ਹਾਫ ਵਾ ਨਾ, ਤੇ ਫਿਰ ਮੈਗਨੈਟਿਕ ਫੀਲਡ ਕਿੰਨਾ ਵਾ, ਫਿਰ ਮੈਗਨੈਟਿਕ ਫੀਲਡ ਤੁਸੀਂ ਇਹਦਾ ਕੀ ਆ, ਹਾਫ ਕਰ ਦੇਣਾ। ਇਹਦਾ ਹਾਫ ਕਰੋਗੇ ਤੇ ਕਿੰਨਾ ਆਨਸਰ ਆਉਣਾ ਵਾ, ਤੁਸੀਂ ਇਹਦਾ ਹਾਫ ਕਰਕੇ ਦੇਖੋ ਕਿੰਨਾ ਆਨਸਰ ਆਏਗਾ ਇਹਦਾ, 1/4 ਮਿਊ ਨੋਟ I ਅਪੋਨ r। ਫਿਰ ਇੰਨਾ ਮੈਗਨੈਟਿਕ ਫੀਲਡ ਆਏਗਾ ਕਿੱਥੇ, ਇਸ ਜਗ੍ਹਾ ਤੇ, ਸੈਂਟਰ ਤੇ। ਪਰ ਜੇਕਰ ਮੈਨੂੰ ਇਸ ਤਰੀਕੇ ਨਾਲ ਕਿਹਾ ਜਾਵੇ ਕਿ ਸਾਡੇ ਕੋਲੋਂ ਕੀ ਆ, ਇੱਕ ਆਰਕ ਆ, ਤੇ ਇਹ ਆਰਕ ਜਿਹੜੀ ਆ ਸੈਂਟਰ ਦੇ ਨਾਲ ਮੰਨ ਲਓ θ ਡਿਗਰੀ ਐਂਗਲ ਬਣਾ ਰਹੀ ਆ, ਤੇ ਹੁਣ ਇਸ ਆਰਕ ਦੇ ਕਰਕੇ, ਮਤਲਬ ਇਹ ਆਰਕ ਜਿਹੜੀ ਆ ਇਹ ਕਿੰਨੀ ਕੁ ਵਾ, ਇੰਨੀ ਆ। ਇਸ ਆਰਕ ਦੇ ਕਰਕੇ ਇੱਥੇ, ਮਤਲਬ ਇਸ ਆਰਕ ਦਾ ਜਿਹੜਾ ਵੀ ਸੈਂਟਰ ਬਣਨਾ ਵਾ ਉਸ ਜਗ੍ਹਾ ਤੇ ਮੈਗਨੈਟਿਕ ਫੀਲਡ ਕਿੰਨਾ ਬਣੇਗਾ। ਹੁਣ ਦੇਖੋ ਸਾਡੇ ਕੋਲੋਂ ਪੂਰੇ ਕਰਕੇ ਕਿੰਨਾ ਬਣਿਆ ਸੀ, ਇੰਨਾ ਬਣਿਆ ਸੀ, ਮਤਲਬ ਇਹ ਕਿਹਦੇ ਕਰਕੇ ਆ, 360 ਡਿਗਰੀ ਕਰਕੇ ਆ। ਤੇ ਜੇਕਰ ਅਸੀਂ 1 ਡਿਗਰੀ ਵਾਸਤੇ ਕੱਢਣਾ ਹੋਵੇ ਤੇ ਅਸੀਂ ਇਹਨੂੰ 360 ਨਾਲ ਡਿਵਾਈਡ ਕਰ ਦਾਂਗੇ। ਤੇ ਦੇਖੋ 1 ਡਿਗਰੀ ਵਾਸਤੇ ਕੀ ਆਏਗਾ, ਜੇਕਰ ਮੈਂ 1 ਡਿਗਰੀ ਵਾਸਤੇ ਕੱਢਣਾ ਹੋਵੇ, ਮਤਲਬ ਕਿ ਇਸ ਲੂਪ ਦਾ ਥੀਟਾ ਮੰਨ ਲਓ 1 ਡਿਗਰੀ ਹੁੰਦਾ, ਤੇ ਫਿਰ ਮੈਂ ਕੀ ਕਰਨਾ ਸੀ, ਸੈਂਟਰ ਦੇ ਵਿੱਚ ਕਿੰਨਾ ਵਾ, 1/2 ਮਿਊ ਨੋਟ I ਅਪੋਨ 2r। ਇਹ ਕਿਹਦੇ ਵਾਸਤੇ ਆ, 360 ਡਿਗਰੀ ਵਾਸਤੇ ਆ। ਤੇ 1 ਡਿਗਰੀ ਵਾਸਤੇ ਕੀ ਆਉਣਾ ਸੀ, ਤੁਸੀਂ ਇਹਨੂੰ ਕੀ ਕਰੋ, 360 ਨੂੰ ਡਿਵਾਈਡ ਕਰ ਦਿਓ। ਤੇ ਜੇ ਤੁਸੀਂ θ ਡਿਗਰੀ ਵਾਸਤੇ ਕੱਢਣਾ ਵਾ ਤੇ θ ਨਾਲ
ਮਲਟੀਪਲਾਈ ਕਰ ਦਿਓ। ਸੋ ਸਾਡੇ ਕੋਲੋਂ ਇਹਦਾ ਜਵਾਬ ਇਹ ਆ ਕਿ ਜਦੋਂ ਅਸੀਂ ਕਿਸੇ ਆਰਕ ਦਾ ਮੈਗਨੈਟਿਕ ਫੀਲਡ ਕੱਢਣਾ ਵਾ ਉਹਦੇ ਸੈਂਟਰ ਤੇ ਤੁਸੀਂ ਕੀ ਕਰੋ, ਇਸ ਥੀਟਾ ਨੂੰ ਕੀ ਕਰੋ, ਥੀਟਾ ਬਟਾ 360 ਕਰ ਲਓ। ਹੁਣ ਦੇਖੋ ਇਹਦਾ ਵੈਰੀਫਾਈ ਕਰ ਲਓ ਤੁਸੀਂ, ਜੇ ਮੰਨ ਲਓ ਥੀਟਾ ਜਿਹੜਾ ਵਾ 360 ਡਿਗਰੀ ਆ, ਫਿਰ ਤੇ ਪੂਰੀ ਲੂਪ ਆ। ਤੇ ਜੇ ਆਪਾਂ ਥੀਟਾ 360 ਭਰੀਏ, 360 ਨਾਲ 360 ਕੱਟਿਆ ਜਾਏਗਾ ਤੇ ਰਿਜ਼ਲਟ ਕਿਹੜਾ ਆ ਜਾਏਗਾ, ਰਿਜ਼ਲਟ ਉਹੀ ਆ ਜਾਏਗਾ ਜਿਹੜਾ ਅਸੀਂ ਪੂਰੀ ਲੂਪ ਵਾਸਤੇ ਕੱਢਿਆ ਵਾ। ਸੋ ਇਸ ਤਰੀਕੇ ਨਾਲ ਕੀ ਆ, ਤੁਸੀਂ ਸਰਕੂਲਰ ਲੂਪ ਦਾ ਮੈਗਨੈਟਿਕ ਫੀਲਡ ਕੱਢ ਸਕਦੇ ਜੋ ਸੈਂਟਰ ਦੇ ਉੱਤੇ।